ਮਿੰਟੂ ਜੀ, ਜਦੋਂ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਅਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹਦੇ ਵਿੱਚ ਹੁਣ NIA ਦੀ ਐਂਟਰੀ ਹੋ ਰਹੀ ਹੈ ਕਿਉਂਕਿ ਵਿਦੇਸ਼ੀ ਐਂਗਲ ਨੂੰ ਹੁਣ ਪ੍ਰੋਬ ਕੀਤਾ ਜਾਣਾ ਬੜਾ ਜ਼ਰੂਰੀ ਹੈ। ਮੀਡੀਆ ਰਿਪੋਰਟਾਂ ਕੁਝ ਇਹ ਕਹਿ ਰਹੀਆਂ ਨੇ, ਵੇਰਵਾ ਕੀ ਹੈ ਮਿੰਟੂ ਜੀ ਇਹਦਾ? ਬਿਲਕੁਲ ਜੀ, ਮੀਡੀਆ ਇਹ ਦਾਅਵਾ ਕਰ ਰਿਹਾ ਹੈ ਇੰਡੀਆ ਦੇ ਵਿੱਚ ਕਿ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਔਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਹੁਣ NIA ਨੂੰ ਇਸ ਮਾਮਲੇ 'ਚ ਮੈਦਾਨ ਦੇ ਅੰਦਰ ਉਤਾਰ ਦੇਣਾ ਚਾਹੀਦਾ ਹੈ। ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ NIA ਦੀਆਂ ਸ਼ਕਤੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ, ਉਹਦਾ ਦਾਇਰਾ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਔਰ ਕੌਮਾਂਤਰੀ ਐਂਗਲ ਜਦੋਂ ਵੀ ਆਉਂਦਾ ਹੈ ਕਿਸੇ ਵੀ ਮੰਨ ਲਓ ਕਾਰਵਾਈ ਦੇ ਵਿੱਚ, ਜਦੋਂ ਕੌਮਾਂਤਰੀ ਐਂਗਲ ਜੁੜ ਜਾਂਦਾ, ਜੇ ਤਾਂ ਉਹ ਵਿੱਤੀ ਲੈਣ ਦੇਣ ਦਾ ਤਾਂ ਫਿਰ ਤਾਂ ED ਆ ਗਈ, ਤੇ ਜੇ ਇਸ ਤਰ੍ਹਾਂ ਦੀ ਕੋਈ ਭੰਨ ਤੋੜ ਵਾਲੀ, ਹਿੰਸਾ ਵਾਲੀ, ਕੋਈ ਹੱਤਿਆ, ਬੰਬ ਬਲਾਸਟ, ਕੁਝ ਵੀ ਮਾਮਲਾ ਆ ਗਿਆ ਤਾਂ NIA ਆਪਣੇ ਆਪ ਦੇ ਵਿੱਚ ਆ ਜਾਏਗੀ। ਤਾਂ ਕਹਿੰਦੇ ਆ, ਵੈਸੇ ਜੇ ਤੁਸੀਂ ਇੱਕ ਨੋਟ ਕਰੋਗੇ ਗੱਲ ਵਿਸ਼ੇਸ਼ ਤੌਰ ਤੇ, ਤਾਂ ਇੱਥੇ ਜਿਹੜੇ ਸਾਬਕਾ DG ਹੁੰਦੇ ਸਨ ਦਿਨਕਰ ਗੁਪਤਾ ਜੀ, ਉਹ ਦਿਨਕਰ ਗੁਪਤਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਸੈਂਟਰਲ ਕਾਡਰ ਦੇ ਵਿੱਚ ਵਾਪਸ ਚਲੇ ਗਏ ਸਨ ਜੀ। ਤਾਂ ਉਹਨਾਂ ਦੇ ਕੋਲ ਇਸ ਟਾਈਮ NIA ਦੇ ਡਾਇਰੈਕਟਰ ਜਨਰਲ ਦਾ ਅਹੁਦਾ ਹੈ। ਕਿਉਂਕਿ ਉਹ ਬਹੁਤ ਕਲੋਜ਼ ਨੇ ਅਮਿਤ ਸ਼ਾਹ ਹੋਰਾਂ ਦੇ, ਬਹੁਤ ਕਲੋਜ਼ ਸਮਝੇ ਜਾਂਦੇ, ਇਹਨਾਂ ਦੇ ਮਿੱਤਰ ਸਮਝੇ ਜਾਂਦੇ ਆ। ਸਭ ਤੋਂ ਵੱਡੀ ਗੱਲ ਕਿ ਤੁਸੀਂ ਇਤਿਹਾਸ 'ਚ ਦੇਖਿਆ ਹੋਣਾ, ਪਹਿਲੀ ਮਰਤਬਾ ਵਾਪਰਿਆ ਸੀਗਾ ਕਿ ਦੋ ਜਿਹੜੀਆਂ ਬਹੁਤ ਵੱਡੀਆਂ ਪੋਸਟਾਂ ਉਹ ਮੀਆਂ ਬੀਬੀ ਕੋਲ ਚਲੇ ਗਈਆਂ ਸਨ, ਦਿਨਕਰ ਗੁਪਤਾ ਜੀ ਔਰ ਵਿਨੀ ਮਹਾਜਨ ਜੀ। ਇਹ ਸ਼ਾਇਦ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਸੀਗਾ। ਤਾਂ ਉਸ ਵੇਲੇ ਵੀ ਇਹ ਚਰਚਾਵਾਂ ਬਹੁਤ ਚੱਲੀਆਂ ਸੀਗੀਆਂ ਕਿ ਦਿਨਕਰ ਗੁਪਤਾ ਦੇ ਹੱਥ, ਜਿਵੇਂ ਕਹਿੰਦੇ ਨਾ ਕਾਨੂੰਨ ਕੇ ਹੱਥ ਬਹੁਤ ਲੰਬੇ ਹੈ, ਤਾਂ ਹੱਥ ਬਹੁਤ ਲੰਬੇ ਹੈ। ਤਾਂ ਹੁਣ NIA ਦੇ ਉਹ DG ਨੇ, ਤਾਂ ਇਸ ਸਮੇਂ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਨਾਲ ਇੱਕ ਐਡਵਾਂਟੇਜ ਇਹ ਜੁੜਦਾ ਵਾ ਕਿ ਉਹ ਪੰਜਾਬ ਦੇ ਵਿੱਚ ਕੰਮ ਕਰਕੇ ਜਾ ਚੁੱਕੇ ਨੇ, ਤੇ ਇਸ ਕਰਕੇ ਉਹਨਾਂ ਕੋਲ ਤਜਰਬਾ ਹੈ। ਤਾਂ ਗੱਲ ਕੀ ਹੈ ਕਿ ਜੋ ਹੁਣ ਕੈਨੇਡਾ ਦਾ ਐਂਗਲ ਵਿੱਚ ਆਉਂਦਾ ਕੁਛ ਹੱਦ ਤੱਕ, ਜਾਂ ਕੁਛ ਹੋਰ ਵਿਦੇਸ਼ੀ ਐਂਗਲ ਆਉਂਦਾ, ਤਾਂ ਇਸੇ ਦੇ ਮੱਦੇ ਨਜ਼ਰ ਕਿ ਹੁਣ NIA ਨੂੰ ਮੈਦਾਨ 'ਚ ਉਤਾਰ ਦਿਓ ਤਾਂ ਕਿ ਫੜੋ ਫੜਾਈ ਦਾ ਸਿਲਸਿਲਾ ਜਿਹੜਾ ਵਿਦੇਸ਼ਾਂ ਦੇ ਵਿੱਚ ਚੱਲਣਾ ਜਾਂ ਇੱਧਰ ਚੱਲਣਾ, ਤਾਂ ਉਹਨੂੰ ਹੋਰ ਤੇਜ਼ ਕੀਤਾ ਜਾਵੇ। ਵੈਸੇ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਵਿਜੇ ਜੀ, ਵੀਕਐਂਡ ਤੇ ਇੱਕ ਬੜੀ ਵੱਡੀ ਘਟਨਾ ਵਾਪਰੀ ਸੀਗੀ ਜੀ ਕਿ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਵਿੱਚ ਆ ਕੇ ਮੀਟਿੰਗ ਕੀਤੀ ਸੀ। ਉਹਦੇ ਵਿੱਚ ਉਹਨਾਂ ਨੇ ਡਰੱਗ ਦੇ ਉੱਤੇ ਬਹੁਤ ਜ਼ਿਆਦਾ ਕਹਿ ਲਓ ਕਿ ਸਾਰਿਆਂ ਨੂੰ ਕੇਂਦਰਿਤ ਕੀਤਾ ਤੇ ਖੁਦ ਵੀ ਕੇਂਦਰਿਤ ਹੋਏ। ਤਾਂ ਬਹੁਤ ਜ਼ਿਆਦਾ ਤਵੱਜੋ ਦਿੱਤੀ ਗਈ ਡਰੱਗ ਦੇ ਮੁੱਦੇ ਤੇ। ਉਹਨਾਂ ਆਖਿਆ ਕਿ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ। ਉੱਥੇ ਵੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀ, ਉਹ ਕਹਿੰਦੇ ਕਿ ਜੇ ਪੰਜਾਬ ਤੇ ਹਰਿਆਣੇ ਦਾ ਆਪਸ ਦੇ ਵਿੱਚ ਅਧਿਕਾਰ ਖੇਤਰ ਨੂੰ ਲੈ ਕੇ ਕੋਈ ਰੌਲਾ ਪੈਂਦਾ ਤਾਂ ਤੁਸੀਂ ਦੋਨੇ ਹੀ ਛੱਡ ਦਿਓ, ਸੈਂਟਰਲ ਏਜੰਸੀ ਨੂੰ ਮਾਮਲਾ ਦੇ ਦਿਓ। ਤਾਂ ਇਹ ਚੀਜ਼ ਜਿਹੜੀ ਆ ਵੇਖਣ ਵਾਲੀ ਆ ਕਿ ਦੋ ਵੱਡੇ ਸਾਡੇ ਇਸ ਟਾਈਮ ਕਹਿ ਲਓ ਕਿ ਲਾਅ ਐਂਡ ਆਰਡਰ ਦੇ ਨਾਲ ਜੁੜੇ ਮੁੱਦੇ ਆ। ਉਹ ਇੱਕ ਹੈ ਡਰੱਗ ਸਪਲਾਈ ਤੇ ਦੂਸਰਾ ਹੈ ਗੈਂਗਿਜ਼ਮ। ਤਾਂ ਦੋਨਾਂ ਤੇ ਹੀ ਕਿਤੇ ਨਾ ਕਿਤੇ ਐਕਸ਼ਨ 'ਚ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ। ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਵੈਸੇ ਜੇ ਤੁਸੀਂ ਦੇਖੋਗੇ ਤਾਂ ਇੰਟੈਲੀਜੈਂਸ ਬਿਊਰੋ ਦੇ ਉੱਤੇ ਜਿਹੜਾ ਸਾਡੇ ਇੱਥੇ ਹੈਗਾ, ਇਹਨਾਂ ਦੀ ਇੰਟੈਲੀਜੈਂਸ ਦਾ ਹੈੱਡਕੁਆਟਰ ਹੈ ਜਿਹੜਾ, ਉਹਦੇ ਉੱਤੇ ਜਦੋਂ ਹਮਲਾ ਹੋ ਗਿਆ ਸੀ, ਐਂਗਲ ਉੱਥੇ ਵੀ ਵਿਦੇਸ਼ੀ ਸੀਗਾ, ਤਾਂ ਉੱਥੇ ਇੰਨਾ ਐਕਟਿਵਿਜ਼ਮ ਨਹੀਂ ਦਿਖਾਇਆ ਗਿਆ ਸੀਗਾ ਸੈਂਟਰ ਸਰਕਾਰ ਵੱਲੋਂ। ਪਰ ਇਹ ਦੋ ਵੱਡੇ ਮੁੱਦੇ, ਕਿਉਂਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਕਹਿੰਦੇ ਕਿ ਸੰਗਰੂਰ ਦੀ ਚੋਣ ਦਾ ਨਤੀਜਾ ਤੈਅ ਹੋ ਗਿਆ। ਤਾਂ ਵੇਖਿਆ ਹੋਣਾ ਤੁਸੀਂ, ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਪਹੁੰਚੇ ਸਨ। ਵੱਡੀ ਗੱਲ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਵੀ ਅਮਿਤ ਸ਼ਾਹ ਨੂੰ ਚੰਡੀਗੜ੍ਹ ਮਿਲਦੇ ਆ ਜੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਜੇ ਆਪਾਂ ਮਤਲਬ ਕਿ ਕਿਸੇ ਸਿੱਟੇ ਤੇ ਖੜੀਏ ਤੇ ਸਿੱਟਾ ਇਹੋ ਹੀ ਨਿਕਲਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਖਾਸਾ ਕੁਛ ਹੋਣ ਵਾਲਾ। ਵੈਸੇ ਖਾਸਾ ਕੁਛ ਤੇ ਹੋ ਚੁੱਕਾ ਹੈ। ਉਹ ਨੁਮਾਨ ਸ਼ੌਕ ਨੇ ਇੱਕ ਬੜੀ ਜ਼ਬਰਦਸਤ ਗੱਲ ਕਹੀ ਸੀ, ਸ਼ੌਕ ਸਾਹਿਬ ਬੜੇ ਜ਼ਬਰਦਸਤ ਉਮਦਾ ਕਹਿ ਲਓ ਕਿ ਉਰਦੂ ਦੇ ਸ਼ਾਇਰ ਸੀਗੇ। ਤਾਂ ਉਹਨਾਂ ਨੇ ਕਿਹਾ ਸੀ ਕਿ ਜਮਹੂਰੀਅਤ ਵਿੱਚ ਫਸੀ ਅਕਲੀਅਤ ਥਾ ਦਿਲ, जमहूरियत लोकतंत्र जी, अकलियत घट गिनती, जमहूरियत के बीच फंसी अकलियत था दिल, मौका जिसे जिधर से मिला वार कर दिया जी। तो साडे पंजाब दा हाल शौक साहब दे शेर वाले दिल वर्गा है कि बस जिधरों किसी नूं मौका मिलिया उधर नूं तक धकैया कर दिंदा है। सो ड्रग दे उत्ते 30 साल केंद्र चुप रहिंदा है, पर जदों वारी आउंदी है कि हुण इस मुद्दे ते राजनीति च फायदे लै जा सकदे, नुकसान कीते जा सकदे आ, तां वेख लो नाल दी नाल पॉलिसी भी बन गई। साडा सीएम भी ਜਿਹੜੇ BSF ਦੇ DG ਆ ਉਹਨਾਂ ਦੇ ਨਾਲ ਅਗਲੇ ਦਿਨ ਬੈਠੇ ਹੋਏ ਸੀ ਜਾ ਕੇ ਜੀ ਜੀ। ਅੱਛਾ ਕੀ ਦੱਸੋ ਮਿੰਟੂ ਜੀ, ਪੰਥਕ ਰਾਜਨੀਤੀ ਦੇ ਵਿੱਚ ਉਬਾਲ ਆਉਂਦਾ ਨਜ਼ਰ ਆ ਰਿਹਾ। ਦਿੱਲੀ ਤੋਂ ਪ੍ਰਚਾਰ ਕਰਨ ਵਾਸਤੇ ਜਥਾ ਆਇਆ,
ਕੀ ਵੇਰਵਾ ਜੀ, ਕਿਹੜਾ ਜਥਾ ਆਇਆ ਇਹ? ਇਹ ਜਥਾ ਉਹੀ ਆਇਆ ਸੈਣੀ ਸਾਹਿਬ ਜਿਹੜਾ ਜਥਾ ਇਕੱਤਰ ਹੋਇਆ ਸੀਗਾ ਦਿੱਲੀ ਦੇ ਵਿੱਚ ਕੁਝ ਸਮਾਂ ਪਹਿਲਾਂ, ਜਿਸ ਦਿਨ ਕਾਲਕਾ ਸਾਹਿਬ ਨੇ ਇਕੱਠ ਕੀਤਾ ਸੀਗਾ। ਚੋਣ ਨਿਸ਼ਾਨ ਜਿੱਦਣ ਇਹਨਾਂ ਨੂੰ ਬਕਾਇਦਾ ਮਿਲਿਆ ਸੀਗਾ, ਤਾਂ ਉਸ ਇਕੱਠ ਦੇ ਵਿੱਚ ਦਾਦੂਵਾਲ ਸਾਹਿਬ ਸਨ, ਜਸਵੀਰ ਸਿੰਘ ਜੀ ਰੋਡੇ ਸਨ, ਬਲਵੰਤ ਸਿੰਘ ਰਾਮੂਵਾਲੀਆ ਜੀ, ਤੇ ਇਹੋ ਜਿਹੇ ਖਾਸ ਮੌਕਿਆਂ ਤੇ ਤੁਸੀਂ ਗਿਣ ਲਿਆ ਕਰੋ, ਅੱਜ ਕੱਲ੍ਹ ਉਹ ਮੌਜੂਦ ਹੀ ਹੁੰਦੇ ਨੇ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬਾਬਾ ਹਰਨਾਮ ਸਿੰਘ ਜੀ ਧੂਮਾ ਦਮਦਮੀ ਟਕਸਾਲ ਵਾਲੇ ਸਨ। ਤਾਂ ਮਤਲਬ ਕਿ ਇਕੱਠ ਚੋਖਾ ਸੀ ਜੀ। ਉਦਣ ਹੀ ਲੱਗਦਾ ਸੀਗਾ ਕਿ ਖਿਚੜੀ ਪੱਕ ਗਈ ਆ, ਕਹਿੰਦੇ ਨਾ ਵੀਰਵਾਲ ਕੀ ਖਿਚੜੀ, ਉਹ ਮਤਲਬ ਕਿ ਕੰਮ ਅੱਧਾ ਅਧੂਰਾ ਰਹਿ ਜਾਣਾ ਇੱਦਾਂ ਉੱਦਾਂ। ਤਾਂ ਉੱਥੇ ਲੱਗਦਾ ਸੀਗਾ ਕਿ ਬਿਲਕੁਲ ਪੱਕ ਚੁੱਕੀ ਆ, ਹੁਣ ਬਸ ਢੱਕਣ ਚੁੱਕਣ ਦੀ ਦੇਰ ਆ। ਤਾਂ ਢੱਕਣ ਚੁੱਕਿਆ ਗਿਆ ਜੀ। ਅੱਜ ਕੀ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਧਰਮ ਪ੍ਰਚਾਰ ਦਫ਼ਤਰ ਖੋਲ੍ਹ ਦਿੱਤਾ ਗਿਆ ਦਿੱਲੀ ਕਮੇਟੀ ਵੱਲੋਂ। ਮਤਲਬ ਕਿ ਜੋ ਦਿੱਲੀ ਦੀ ਕਮੇਟੀ ਆ ਉਹਦੇ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਆਪਾਂ ਕਹਿੰਦੇ ਆ, ਕਿ ਉਹਨਾਂ ਵੱਲੋਂ ਇੱਥੇ ਮਨਜੀਤ ਸਿੰਘ ਭੂਮਾ ਦੀ ਅਗਵਾਈ ਦੇ ਵਿੱਚ ਦਫ਼ਤਰ ਖੋਲ੍ਹ ਦਿੱਤਾ ਗਿਆ। ਮੌਕਾ ਐਸਾ ਸੀ ਕਿ ਕਾਲਕਾ ਸਾਹਿਬ ਫਿਰ ਇਕੱਤਰ ਹੁੰਦੇ ਆ, ਫਿਰ ਇਸ ਤੋਂ ਇਲਾਵਾ ਦਾਦੂਵਾਲ ਸਾਹਿਬ ਜੀ ਨਜ਼ਰ ਆਉਂਦੇ ਨੇ ਜੀ, ਹੋਰ ਵੀ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ। ਤਾਂ ਸਾਫ਼ ਆ, ਸਿੱਧਾ ਸਪਸ਼ਟ ਇਸ਼ਾਰਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋਏਗਾ। ਜਿਵੇਂ ਮੈਂ ਅੱਗੇ ਕਹਿ ਕੇ ਹਟਿਆ ਕਿ ਜਿੱਦਾਂ ਅਕਾਲੀ ਦਲ, ਇਹ ਕਾਲਕਾ ਸਾਹਿਬ ਅਕਾਲੀ ਦਲ ਦੇ ਵਿੱਚ ਹੀ ਹੁੰਦੇ ਸਨ, ਇਹਨਾਂ ਦੇ ਨਾਲੋਂ ਜੁਦਾ ਹੋ ਗਿਆ, ਇਹਨਾਂ ਦੇ ਨਾਲੋਂ ਜੁਦਾ ਹੋ ਗਿਆ। ਜਦੋਂ ਇਹ ਐਤਕੀ ਇਲੈਕਸ਼ਨ ਜਿੱਤੇ ਸਨ ਨਾ, ਸ਼ੁਰੂ ਦੇ ਵਿੱਚ ਆਪਾਂ ਜੇ ਦੇਖੀਏ ਅਪ੍ਰੈਲ ਦੇ ਵਿੱਚ, ਤੇ ਬਾਅਦ ਦੇ ਵਿੱਚ ਥੋੜਾ ਜਿਹਾ ਲੇਟ ਲਤੀਫੀ ਹੋਈ ਜਦੋਂ ਇੱਕ ਕਮੇਟੀ ਦਾ ਕੰਮਕਾਰ ਚੱਲਣਾ ਸੀਗਾ। ਤੇ ਉਸ ਦਰਮਿਆਨ ਜਦੋਂ ਇੱਕ ਧੜੇ ਨੇ ਜਾ ਕੇ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ ਲਈ, ਸ਼ਾਇਦ ਵੀਰਵਾਰ ਦਾ ਦਿਨ ਸੀਗਾ, ਤੇ ਉਦੋਂ ਹੀ ਪਤਾ ਲੱਗਿਆ ਸੀਗਾ ਕਿ ਬਹੁਤ ਕੁਝ ਹੋਣਾ ਬਾਕੀ ਹੈ। ਤਾਂ ਮਨਜਿੰਦਰ ਸਿੰਘ ਸਿਰਸਾ ਜਾਂਦੇ ਨੇ, ਫਿਰ ਅਕਾਲੀ ਦਲ ਉੱਥੇ ਟੁੱਟ ਜਾਂਦਾ, ਉਹਦਾ ਧੜਾ ਇੱਕ ਬਹੁਤ ਵੱਡਾ ਧੜਾ ਜਿਹੜਾ ਉਹ ਆਪਣੇ ਨਾਲ ਬਹੁਮਤ ਲੈ ਕੇ ਉਧਰ ਨੂੰ ਨਿਕਲ ਜਾਂਦਾ ਹੈ ਜੀ। ਤਾਂ ਫਿਰ ਉੱਥੇ ਅਕਾਲੀ ਦਲ ਕਹਿ ਲਓ ਕਿ ਬਿਲਕੁਲ ਉੱਥੇ ਖਲੋ ਜਾਂਦਾ ਜਿੱਥੇ ਸ਼ੁਰੂਆਤ ਕਰਦਾ ਬੰਦਾ ਜਾ ਕੇ। ਤਾਂ ਅੱਜ ਹੁਣ ਉਹ ਇੱਥੇ ਆ ਗਏ ਨੇ। ਇੱਥੇ ਆਉਣ ਦਾ ਮਤਲਬ ਸਿੱਧਾ ਹੈ ਕਿ ਇੱਕ ਸ਼ਿਕਾਰ ਤੇ ਦੋ ਸ਼ਿਕਾਰੀ। ਹੁਣ ਇੱਕ ਪਾਸੇ ਅਕਾਲੀ ਦਲ ਬਾਦਲ ਤੇ ਦੂਸਰੇ ਪਾਸੇ ਇਹਨਾਂ ਦੇ ਨਾਲ ਦੇ ਪੁਰਾਣੇ ਸਾਥੀ, ਤੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਢੀਂਡਸਾ ਜੀ, ਰਾਮੂਵਾਲੀਆ ਜੀ, ਦਾਦੂਵਾਲ ਜੀ ਹੈ, ਰੋਡੇ ਜੀ ਹੈ, ਇਹ ਸੰਤ ਸਮਾਜ ਵਾਲੇ ਆ ਗਏ, ਦਮਦਮੀ ਟਕਸਾਲ ਵਾਲੇ ਆ ਗਏ। ਤੇ ਕਾਹਦੇ ਕਰਕੇ ਆਏ ਨੇ? ਕਿਉਂਕਿ ਕਨਸੋਹਾਂ ਇਹ ਆ ਕਿ ਇਸੇ ਵਰੇ ਹੀ SGPC ਦੀ ਇਲੈਕਸ਼ਨ ਆ ਰਹੀ ਹੈ। ਸੋ ਗੱਲ ਨੂੰ ਸਮਝੋ, ਬੜਾ ਸੌਖਾ ਤਰੀਕਾ ਸਮਝਣ ਦਾ ਕਿ ਇੱਥੇ ਜਿਹੜਾ ਮੁੱਦਾ ਚੁੱਕਿਆ ਜਾ ਰਿਹਾ, ਅੱਜ ਵੀ ਇੱਕ ਪੱਖਵੀ ਬਹਿਸ ਇਸ ਤੋਂ ਬਾਅਦ ਛਿੜੀ ਰਹੀ ਹੈ, ਕਿਉਂਕਿ ਇਹਨਾਂ ਨੇ ਕਿਹਾ ਕਿ ਦੇਖੋ ਕਨਵਰਜ਼ਨ ਹੋ ਰਹੀ ਹੈ, ਬਹੁਤ ਸਾਰੇ ਸਿੱਖ ਜਿਹੜੇ ਈਸਾਈਅਤ ਦੇ ਵਿੱਚ ਜਾ ਰਹੇ ਨੇ, ਤਾਂ ਅਸੀਂ ਧਰਮ ਪ੍ਰਚਾਰ ਕਰਾਂਗੇ। ਹੁਣ ਕੌਣ ਰੋਕ ਸਕਦਾ ਕਿਸੇ ਨੂੰ ਧਰਮ ਪ੍ਰਚਾਰ ਕਰਨ ਤੋਂ? ਤਾਂ ਇਹ ਮੁੱਦਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਤਾਂ ਸੰਘ ਦੇ ਬਹੁਤ ਵੱਡੇ ਜਿਹੜੇ ਸਿੱਖ ਆਗੂ ਹੈ RP ਸਿੰਘ, ਉਹਨਾਂ ਨੇ ਚੁੱਕਿਆ ਸੀ। ਉਹਨਾਂ ਆਖਿਆ ਕਿ ਜੇ ਅਈਓ ਹਾਲ ਰਿਹਾ ਨਾ ਜੀ, ਇਹ ਜਿਹੜੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਬਣ ਜਾਏਗੀ। ਬੜਾ ਵੱਡਾ ਤਨ ਸੀਗਾ, ਬੜੀ ਵੱਡੀ ਚੋਟ ਸੀਗੀ। ਤਾਂ ਉਸ ਤੋਂ ਬਾਅਦ ਇੱਥੇ ਇਸ ਕਨਵਰਜ਼ਨ ਨੂੰ ਲੈ ਕੇ ਅੱਜ ਵੀ ਮਾਮਲਾ ਭਖਿਆ ਰਿਹਾ। ਅਕਾਲੀ ਦਲ ਬਾਦਲ ਤੋਂ ਗੁਰਚਰਨ ਸਿੰਘ ਗਰੇਵਾਲ ਬੋਲ ਰਹੇ ਸੀਗੇ, ਕਹਿੰਦੇ ਕਿ ਜੇ ਤੇ ਪ੍ਰਚਾਰ ਕਰਨ ਆਏ ਨੇ ਫਿਰ ਤੇ ਠੀਕ ਠਾਕ ਆ, ਜੇ ਰਾਜਨੀਤੀ ਕਰਨ ਆਏ ਆ ਤਾਂ ਫਿਰ ਠੀਕ ਨਹੀਂ ਆ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਉਹ ਕਿਤੇ ਨਾ ਕਿਤੇ ਸ਼ੱਕ ਜਤਾ ਰਹੇ ਕਿ ਭਾਜਪਾ ਵਾਲਿਆਂ ਨੇ ਭੇਜਿਆ। ਤੇ ਉਦੋਂ ਤਾਂ ਵੈਸੇ ਜਦੋਂ ਇਹ ਇਕੱਠ ਹੋਇਆ ਸੀ, ਲੋਕੀ ਕਹਿੰਦੇ ਸੀ ਸਾਧ ਦੇ ਪੂਰੇ ਤੇ ਇਕੱਠ ਹੋਇਆ ਨਾ, ਸੁੱਖ ਨਹੀਂ ਜਾਪਦੀ। ਤਾਂ ਸੁੱਖ ਹੁਣ ਇਹਨਾਂ ਨੂੰ ਜਾਪਦੀ ਵੀ ਨਹੀਂ, ਤੇ ਅਕਾਲੀ ਹੁਣ ਇਸ ਸਥਿਤੀ ਦੇ ਵਿੱਚ ਨਹੀਂ ਹੈ ਕਿ SGPC ਦੀ ਲੜਾਈ ਦੇ ਵਿੱਚ ਇੱਕ ਤਰਫਾ ਜਿੱਤ ਹਾਸਲ ਕਰ ਲੈਣਗੇ, ਕਿਉਂਕਿ ਆਪ ਦਾ ਘਰ ਜਿਹੜਾ ਹੈ ਉਹ ਇਸ ਵੇਲੇ ਫੁੱਟ ਦਾ ਸ਼ਿਕਾਰ ਹੈ, ਕੈਡਰ ਦੇ ਵਿੱਚ ਵੀ ਤੇ ਲੀਡਰਸ਼ਿਪ ਦੇ ਵਿੱਚ ਵੀ। ਜਾਂਦੇ ਹੁੰਦੇ ਜਿੱਥੇ ਪਈ ਫੁੱਟ ਉੱਥੇ ਪਈ ਲੁੱਟ। ਤਾਂ ਇਸ ਵੇਲੇ ਹਾਲਾਤ ਜਿਹੜੇ ਆ ਉਹ ਇਧਰ ਨੂੰ ਬਣਦੇ ਪਏ ਨੇ ਜਿੱਧਰ ਨੂੰ ਚੋਣ ਦੀ ਕਨਸੋ ਹੈ। SGPC ਦਾ ਇਲੈਕਸ਼ਨ ਇਸੇ ਬਾਰੇ ਹੋ ਸਕਦਾ, ਐਸੇ ਸੰਕੇਤ ਮਿਲ ਰਹੇ ਆ, ਕਿਉਂਕਿ ਜਿਹੜੇ SS ਸਾਰੋਂ ਸਾਹਿਬ ਆ ਉਹ ਲਾਏ ਗਏ ਜਿਹੜੇ ਇੱਥੇ ਚੋਣ ਕਮਿਸ਼ਨ ਦੇ ਤੌਰ ਤੇ, ਚੋਣ ਕਮਿਸ਼ਨਰ ਹੁੰਦਾ ਵੈਸੇ, ਤਾਂ ਉਹ ਇੱਥੇ ਪੂਰਾ ਇਸ ਵੇਲੇ ਸਰਗਰਮੀ ਦੇ ਨਾਲ ਆਪਣਾ ਕੰਮ ਸ਼ੁਰੂ ਕਰ ਚੁੱਕੇ, ਜਦ ਕਿ ਕਾਂਗਰਸ ਦੇ ਰਾਜ ਵਿੱਚ, ਕਾਂਗਰਸ ਦੇ ਕਾਰਜਕਾਲ ਦੇ ਵਿੱਚ ਉਹ ਮੇਜ਼ ਕੁਰਸੀ ਨੂੰ ਵੀ ਤਰਸਦੇ ਰਹੇ। ਜੀ ਅੱਛਾ, ਇਹ ਦੱਸਣਾ ਜੀ, ਸਾਬਕਾ DGP ਸੁਮੇਧ ਸੈਣੀ ਤੋਂ ਪੁੱਛਗਿੱਛ ਦਾ ਸਿਲਸਿਲਾ ਅੱਜ ਵੀ ਚੱਲਿਆ, ਕਈ ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਆ, ਕੋਈ ਉਹਦੇ ਵਿੱਚੋਂ ਪਤਾ ਲੱਗਾ ਜੀ ਕੀ ਗੱਲਬਾਤ ਹੋਈ ਆ?
ਨਹੀਂ ਦੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਕਦੇ ਵੀ ਅਧਿਕਾਰਤ ਤੌਰ ਤੇ ਨਹੀਂ ਲਿਆਂਦੀਆਂ ਜਾਂਦੀਆਂ ਸਾਹਮਣੇ। ਤੁਹਾਨੂੰ ਯਾਦ ਹੋਏਗਾ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਹੋਈ ਸੀਗੀ, ਜਾ ਕੇ ਉੱਥੇ ਕੀਤੀ ਸੀ SIT ਨੇ, ਤਾਂ ਥੋੜੀ ਜੀ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਬਾਹਰ ਆ ਕੇ ਬਰੀਫਿੰਗ ਕਰ ਦਿੱਤੀ ਸੀਗੀ, ਉਹਦੇ ਤੇ ਬਹੁਤ ਜ਼ਿਆਦਾ ਹਾ ਹੱਲਾ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਕੋਰਟ ਨੇ ਤਕਰੀਬਨ ਰੋਕ ਲਾਈ ਹੋਈ ਹੈ ਕਿ ਤੁਸੀਂ ਪਬਲਿਕ ਡੋਮੇਨ 'ਚ ਨਹੀਂ ਜਾਓਗੇ, ਤਾਂ ਇਹ ਜਾਣਕਾਰੀ ਤਾਂ ਨਹੀਂ ਮਿਲੇਗੀ। ਹਾਂ, 11 ਵਜੇ ਤੋਂ ਲੈ ਕੇ 3:30 ਵਜੇ ਤੱਕ ਪੁੱਛਗਿੱਛ ਹੋਈ। ਤਾਂ ਪੁੱਛਗਿੱਛ ਕਿਸ ਮਾਮਲੇ 'ਚ ਹੋਈ ਹੈ? ਗੋਲੀकांड ਜਿਹੜਾ ਬੈਬਲ ਵਾਲਾ, ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੋਟਕਪੂਰੇ ਵਾਲਾ ਲਾਠੀ ਚਾਰਜ, ਵੈਸੇ ਉੱਥੇ ਵੀ ਗੋਲੀ ਚੱਲੀ ਸੀਗੀ। ਤਾਂ ਇਹ ਦੋਨੇ ਹੀ ਥਾਵਾਂ ਜਿਹੜੀਆਂ ਨੇ ਉਹ ਲਾਗੇ ਲਾਗੇ, ਕੋਈ ਜ਼ਿਆਦਾ ਦੂਰੀ ਨਹੀਂ ਹੈਗੀ। ਬਰਗਾੜੀ ਵੀ ਨੇੜੇ ਆ, ਬਹਿਬਲ ਵੀ ਨੇੜੇ ਆ, ਤੇ ਗਾਂ ਕੋਟਕਪੂਰਾ ਜਿਹੜਾ ਸ਼ਹਿਰ ਲੱਗ ਜਾਂਦਾ ਆ। ਤੇ ਖੈਰ ਇਹਦੇ ਵਿੱਚ ਹੁਣ ਦੇਖੋ ਸਾਫ਼ ਆ, ਕਿਉਂਕਿ ਇਹ ਗਏ ਸਨ ਜਿਵੇਂ ਇਸ ਮਾਮਲੇ ਦੇ ਵਿੱਚ ਫਸੇ ਹੋਏ ਨੇ ਉਮਰਾ ਨੰਗਲ ਆ, ਚਰਨਜੀਤ ਸ਼ਰਮਾ ਆ, ਇੱਕ ਥਾਣੇਦਾਰ ਆ ਕੁਲਾਰ, ਇਸ ਤੋਂ ਇਲਾਵਾ ਕੁਝ ਹੋਰ 2-3 ਨੇ। ਇਹ ਸਾਰੇ ਗਏ ਸਨ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀਗੀ। ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਦਾਂ ਕਰੋ ਕਿ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਿਸੇ ਕੇਂਦਰੀ ਏਜੰਸੀ ਦੇ ਹਵਾਲੇ ਕਰ ਦਿਓ, ਮਤਲਬ ਕਿ ਨਾ ਰਹੇ ਵਾਂਸ ਤੇ ਨਾ ਵੱਜੇ ਬਾਂਸਰੀ ਜੀ, ਕਿਉਂਕਿ CBI ਤੋਂ ਤਾਂ ਜਾਂਚ ਪੁੱਠੀ ਮੜਵਾ ਕੇ ਲਿਆਏ ਸੀ ਕਿ ਪੰਜਾਬ ਸਰਕਾਰ ਵਾਲੇ, ਇਹ ਕਹਿੰਦੇ ਵਾਪਸ ਦਿਓ। ਧੱਕਾ ਹੁੰਦਾ ਜੀ, ਧੱਕਾ ਹੁੰਦਾ। ਹੁਣ ਇਹ ਤਾਂ ਕਹਿਣੋਂ ਰਿਹਾ ਕਿ ਜੱਜ ਕਿ ਸਾਡਾ ਚੱਲਦਾ ਧੱਕਾ ਅਸੀਂ ਤਾਂ ਕਰਦੇ। ਹੁਣ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਟਰਾਇਲ ਕੋਰਟ ਦੇ ਵਿੱਚ ਜਾ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਨਾਲ ਕੋਈ ਨਾਇਨਸਾਫੀ ਜਾਂ ਸਾਡੇ ਨਾਲ ਕੋਈ ਪੱਖਪਾਤੀ ਹੋਣ ਡਈ ਆ, ਤਾਂ ਤੁਸੀਂ ਜਾ ਕੇ ਟਰਾਇਲ ਕੋਰਟ ਜਿੱਥੇ ਤੁਹਾਡਾ ਟਰਾਇਲ ਚੱਲਦਾ ਉੱਥੇ ਜਾ ਕੇ ਗੱਲ ਰੱਖੋ। ਤਾਂ ਇਹਨਾਂ ਦੀ ਜਿਹੜੀ ਪਟੀਸ਼ਨ ਸੀ ਉਹ ਡਿਸਮਿਸ ਕਰ ਦਿੱਤੀ ਗਈ। ਤਾਂ ਉਸ ਤੋਂ ਬਾਅਦ ਫਿਰ ਹਾਈ ਕੋਰਟ ਨੇ ਆਖਿਆ ਕਿ ਜਿਹੜੀ ਇਨਵੈਸਟੀਗੇਸ਼ਨ ਜੋ ਚੱਲ ਰਹੀ ਆ ਭਾਈ ਇਹਨੂੰ ਤੇਜ਼ੀ ਨਾਲ ਨਿਬੇੜਿਆ ਜਾਵੇ। ਤਾਂ ਇਸ ਤੋਂ ਬਾਅਦ ਫਿਰ ਸਮਨਿੰਗ ਹੋਈ। ਸੈਣੀ ਨੇ ਮੰਗ ਲਿਆ ਸੀ ਸਮਾਂ, ਚਲਾਕ ਆਦਮੀ ਹੈ ਇਹ ਬਹੁਤ ਜ਼ਿਆਦਾ, ਕਹਿੰਦਾ ਜੀ ਮੈਂ ਤੇ ਇੱਕ ਕੇਸ ਦੇ ਸਿਲਸਿਲੇ ਵਿੱਚ ਨਾ ਦਿੱਲੀ ਬੈਠਾ ਤੇ ਮੈਨੂੰ ਟਾਈਮ ਦਿਓ। ਤਾਂ ਹੁਣ 25 ਦਿਨਾਂ ਬਾਅਦ ਇਹਨੇ ਫਿਰ ਟਾਈਮ ਦਿੱਤਾ ਸੀਗਾ। ਸੋ ਇੱਕ ਵਾਰੀ ਇਨਵੈਸਟੀਗੇਸ਼ਨ 'ਚ ਸ਼ਾਮਲ ਹੋਇਆ। ਹੁਣ ਕੀ ਬਿਆਨ ਰਿਕਾਰਡ ਕਰਵਾਏ ਨੇ, ਕੀ ਇਹਨਾਂ ਨੇ ਪੁੱਛਿਆ, ਕੀ ਦੱਸਿਆ, ਇਹ ਤਾਂ ਜਦੋਂ ਚਾਰਜਸ਼ੀਟ ਫਾਈਲ ਹੋਏਗੀ, ਜਦੋਂ ਇਹ ਸਾਰੇ ਬਿਆਨ ਉਹਦੇ ਵਿੱਚ ਲੱਗਣਗੇ ਕੇਸ ਦੇ ਵਿੱਚ, ਉਦੋਂ ਹੀ ਪਤਾ ਲੱਗੇਗਾ। ਪਰ ਬਹਰਹਾਲ ਇੱਕ ਸਮਾਂ ਜਿਹੜਾ ਉਹ ਆਪਣੇ ਰੰਗ ਦਿਖਾਉਂਦਾ ਹੈ ਕਿ ਦੇਖੋ ਸੁਮੇਧ ਸੈਣੀ ਨੂੰ ਅਕਾਲੀਆਂ ਨੇ ਲਾਇਆ ਸੀਗਾ ਜੀ, ਅਕਾਲੀਆਂ ਨੇ DG ਲਾਇਆ ਸੀ। ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗਲਤੀ ਉਹਨਾਂ ਨੇ ਕੀਤੀ ਤੇ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ ਜੋ ਕਿੱਥੇ ਨੇ ਜੀ। ਸੁਮੇਧ ਸੈਣੀ ਨੂੰ DG ਲਾਉਣ ਵਾਲੀ ਗਲਤੀ ਵਲਟੋਆ ਸਭ ਖੁਦ ਔਨ ਰਿਕਾਰਡ ਮੰਨ ਚੁੱਕੇ ਕਿ ਸਾਡੀ ਬੜੀ ਵੱਡੀ ਗਲਤੀ ਸੀਗੀ। ਪਰ ਸੁਮੇਧ ਸੈਣੀ DG ਲੱਗਾ, ਮੇਰੇ ਖਿਆਲ ਦੇ ਨਾਲ ਗਲਤੀ ਉਹਦੀ ਵੀ ਛੋਟੀ ਨਹੀਂ ਸੀਗੀ। ਉਹ DG ਲੱਗ ਕੇ ਅੱਜ ਉੱਥੇ ਹੀ ਫਿਰਦਾ। ਵੈਸੇ ਉੱਥੇ ਕਾਹਤੋਂ ਫਿਰਦਾ ਹੈ? ਇਨਵੈਸਟੀਗੇਸ਼ਨ ਵਾਲੀ ਜਗ੍ਹਾ ਤੇ ਇਹ ਹਵਾਲਾ ਦੀ ਵੀ ਸੈਰ ਕਰ ਆਇਆ, ਤੁਹਾਨੂੰ ਪਤਾ ਹੀ ਹੋਣਾ। ਜੀ 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 ਬਿਲਕੁਲ। ਅੱਛਾ, ਇਹ ਦੱਸਿਓ ਮਿੰਟੂ ਜੀ, BSF ਨੇ ਇੱਕ ਰਿਪੋਰਟ ਪ੍ਰੈਜ਼ੈਂਟ ਕੀਤੀ ਹਾਈ ਕੋਰਟ ਦੇ ਵਿੱਚ, ਪੰਜਾਬ ਹਰਿਆਣਾ ਹਾਈ ਕੋਰਟ 'ਚ। ਉਹਦੇ 'ਚ ਪੰਜਾਬ ਦੀ ਸਰਕਾਰ ਦੀ ਬੜੀ ਤੋਏ ਹੋਈ ਹੈ, ਜਾਂ ਇਹ ਕਹਿ ਲਓ ਵੀ ਬੋਲਤੀ ਬੰਦ ਹੋ ਗਈ ਹੈ। ਇਹ ਜਿਹੜੀ ਇਲੀਗਲ ਮਾਈਨਿੰਗ ਦੇ ਨਾਲ ਸੰਬੰਧਿਤ ਗੱਲ ਹਾਈ ਕੋਰਟ ਦੇ ਸਾਹਮਣੇ ਰੱਖੀ, ਉਹੀ ਹੈ ਜੀ ਇਹ BSF ਦੀ ਰਿਪੋਰਟ? ਬਿਲਕੁਲ ਜੀ, ਬਿਲਕੁਲ ਬਿਲਕੁਲ। ਐਸੀ ਮਾਈਨਿੰਗ ਦੇ ਮਾਮਲੇ ਦੇ ਵਿੱਚ ਇਹਨਾਂ ਦੀ ਉੱਥੇ ਤੋਏ ਹੋਈ ਹੈ ਕਿ ਵਾਕਿਆ ਬੋਲਣ ਜੋਗੇ ਨਹੀਂ ਰਹੇ। ਮਾਈਨਿੰਗ ਦਾ ਮਸਲਾ ਤੁਹਾਨੂੰ ਪਤਾ ਹੀ ਹੈ ਕਿ ਇਹ ਗੱਲਾਂ ਬਹੁਤ ਵੱਡੀਆਂ ਕਰ ਦਿੰਦੇ ਆ। ਵੈਸੇ ਭਾਵੇਂ ਪਿਛਲੀ ਸਰਕਾਰ ਦਾ ਹੀ ਕੁਝ ਹੋਇਆ ਹੋਵੇ, ਉਹ ਵੀ ਕਹਿ ਦਿੰਦੇ ਆ ਕਿ ਆਇਆ ਬਾਲਾ ਤਾਂ ਅਸੀਂ ਹੀ ਕੀਤਾ ਜੀ, ਬਾਲਾ ਤੇ ਅਸੀਂ ਕੀਤਾ। ਖੈਰ ਬਾਕੀ ਇਹਨਾਂ ਦੇ ਸਮਰਥਕ ਤੁਹਾਨੂੰ ਪਤਾ, ਉਹ ਪੰਜਾਬੀ 'ਚ ਇੱਕ ਨਾ ਕਹਾਵਤ ਆ ਕਿ ਮੇਲ ਮਾਨੀ ਤੇ ਭੁੜਕਣ ਭੁੱਲਰ ਜੀ, ਮਤਲਬ ਕਿ ਮੇਲ ਤੇ ਮਾਨਾ ਦੇ ਆ ਤੇ ਭੁੜਕਣ ਜਿਹੜੀ ਭੁੱਲਰਾਂ ਦੇ। ਸੋ ਕਹਾਣੀ ਇਹ ਹੁੰਦੀ ਹੈ ਕਿ ਸਮਰਥਕ ਲਾਲਾ ਕਰ ਦਿੰਦੇ ਆ ਜੀ। ਜਦੋਂ ਮਾਈਨਿੰਗ ਤੇ ਬੋਲੇ ਨੇ ਬੈਂਸ ਸਾਹਿਬ ਉੱਥੇ ਸਦਨ ਦੇ ਵਿੱਚ, ਬੜੀ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਕਿ ਵਾਹ ਬਈ ਵਾਹ, ਇਹ ਤਾਂ ਮੇਲਾ ਹੀ ਲੁੱਟ ਕੇ ਲੈ ਗਿਆ, ਇਹ ਤੇ ਸੂਰਮਾ ਹੈ ਪੂਰਾ, ਤਾਂ ਕਿਸੇ ਨੂੰ ਬੋਲਣ ਨਹੀਂ ਦਿੰਦਾ, ਮਾਈਨਿੰਗ ਦਾ ਸਾਰਾ ਕੰਮ ਹੀ ਬੰਦ ਹੋ ਗਿਆ। ਤਾਂ ਹੁਣ ਇਹਦੇ ਵਿੱਚ ਜਾ ਕੇ ਜਦੋਂ BSF ਨੇ ਦੱਸਿਆ ਤਾਂ ਉੱਥੇ ਤੇ ਵਾਕਿਆ ਅੱਖਾਂ ਅੱਡੀਆਂ ਰਹਿ ਗਈਆਂ ਇਹਨਾਂ ਦੀਆਂ, ਕਿਉਂਕਿ ਉਹਨਾਂ ਨੇ ਜਾ ਕੇ ਰਿਪੋਰਟ ਪੇਸ਼ ਕਰ ਦਿੱਤੀ ਕਿ ਰਾਵੀ ਤੇ ਐਸੀ ਮਾਈਨਿੰਗ ਹੋਈ ਹੈ ਕਿ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਪੈਦਾ ਹੋ ਗਿਆ ਹੈ ਜੀ। ਜਦ ਕਿ ਇਹਨਾਂ ਦੇ ਕਾਇਦੇ ਦੇ ਮੁਤਾਬਕ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਸਰਕਾਰ ਵੱਲੋਂ ਕੋਈ ਆਫੀਸ਼ੀਅਲ ਮਾਈਨਿੰਗ ਸਾਈਟ ਹੈ ਹੀ ਨਹੀਂ, ਜਾਂ ਠੇਕਾ ਹੀ ਨਹੀਂ ਦਿੱਤਾ ਗਿਆ ਜੀ। ਤਾਂ ਹੁਣ ਇਹਨਾਂ ਦੇ ਕੋਲ ਕੀ ਜਵਾਬ ਹੈ ਕਿ ਜੇ ਤੁਸੀਂ ਸਰਕਾਰੀ ਤੌਰ ਤੇ ਕੋਈ ਠੇਕਾ ਹੀ ਨਹੀਂ ਦਿੱਤਾ ਤੇ ਉੱਥੇ ਮਾਈਨਿੰਗ ਹੋ ਗਈ, ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਹੋ ਗਿਆ। ਇਹਦਾ ਮਤਲਬ ਹੈ ਕਿ ਮਾਈਨਿੰਗ ਹੀ ਨਹੀਂ ਹੋਈ, ਬੜੀ ਜੰਮ ਕੇ ਮਾਈਨਿੰਗ ਹੋਈ ਹੈ
ਜੀ। ਬੜੀ ਧੂਆਂਧਾਰ ਮਾਈਨਿੰਗ ਹੋਈ ਆ। ਸੋ ਇਹਨਾਂ ਦੇ ਕੋਲ ਹੁਣ ਕੋਈ ਜਵਾਬ ਨਹੀਂ ਹੈ। ਤਾਂ ਹਾਈ ਕੋਰਟ ਨੇ ਇੱਕ ਟਿੱਪਣੀ ਵੀ ਕੀਤੀ ਹੈ, ਉਹਨਾਂ ਕਿਹਾ ਵੱਡਾ ਭਰਾ ਕੇਂਦਰ ਵੀ ਵੇਖ ਰਿਹਾ ਹੈ, ਤੁਹਾਨੂੰ ਕੱਲਾ ਤੁਸੀਂ ਇਹ ਨਹੀਂ ਹੈ ਕਿ ਕੰਮਕਾਰ ਸਾਰਾ ਚਲਾਈ ਜਾਂਦੇ ਹੋ, ਤੁਹਾਡਾ ਉੱਤੇ ਵੱਡਾ ਭਰਾ ਵੀ ਯਾਨੀ ਸੈਂਟਰ ਸਰਕਾਰ ਵੀ ਬੈਠੀ ਹੈ, ਮਾੜਾ ਮੋਟਾ ਦੇਖ ਲਓ। ਸੋ ਇਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਰ ਦਿੱਤੀਆਂ, ਇਹ ਕੀਤਾ ਉਹ ਕੀਤਾ। ਪਰ ਇੱਕ ਸੱਚਾਈ ਹੋ ਰਿਹਾ, ਮੈਂ ਤੁਹਾਨੂੰ ਇੱਕ ਰਿਪੋਰਟ ਦੇ ਹਵਾਲੇ ਨਾਲ ਦੱਸਦਾ ਕਿ ਦੇਖੋ ਇਹਨਾਂ ਨੇ 100 ਦਿਨ ਦੇ ਵਿੱਚ ਆਖਿਆ ਸੀਗਾ ਕਿ ਅਸੀਂ ਨਾ 287 ਕੇਸ ਦਰਜ ਕਰ ਦਿੱਤੇ, ਮਾਈਨਿੰਗ ਸਾਈਟਾਂ ਜਿਹੜੀਆਂ ਵੀ ਕੁਝ ਇਲੀਗਲ ਸੀ, ਖੱਡੇ ਜਿਹੜੇ ਸੀਗੇ ਉਹ ਸਾਰੇ ਬੰਦ ਕਰ ਦਿੱਤੇ। ਪਰ ਉਹਦੀ ਸੱਚਾਈ ਕੀ ਸੀਗੀ? ਉਹਦੀ ਸੱਚਾਈ ਇਹ ਸੀਗੀ ਕਿ ਜਿਹੜੇ 287 ਕੇਸ ਦਰਜ ਕੀਤੇ ਆ ਉਹਨਾਂ ਦੇ ਵਿੱਚ ਜੇ ਜ਼ਿਆਦਾ ਤੁਸੀਂ ਦੇਖੋਗੇ ਤਕਰੀਬਨ ਇਹ ਜਿਹੜੇ ਕੇਸ ਸੀਗੇ 287, ਇਹਦੇ ਵਿੱਚੋਂ 186 ਕੇਸ ਯਾਨੀ 65% ਕੇਸ ਐਸੇ ਸਨ ਰਕਸ਼ੇ ਤੇ 2.5 ਕਿਲੋ ਰੇਤਾ ਫੜਿਆ ਗਿਆ ਜੀ। ਫਿਰ 3 ਖੱਚਰ ਰੇੜੇ ਫੜੇ ਗਏ ਜੀ, ਖੱਚਰਾਂ ਫਰਾਰ ਨੇ, ਰੇੜੇ ਛੁੱਟ ਗਏ ਨੇ ਜੀ, ਉਹ ਰੇੜੇ ਉੱਥੇ ਹੀ ਰਹਿ ਗਏ ਨੇ। ਫਿਰ ਇੱਕ ਨੂੰ ਤੇ ਮੋਟਰਸਾਈਕਲ ਤੇ ਗੱਟੇ 'ਚ ਰੇਤਾ ਪਾਈ ਲਿਆਉਂਦਾ ਉਹ ਫੜ ਲਿਆ ਇਹਨਾਂ ਨੇ। ਐਸੇ ਕੇਸ ਦਰਜ ਕਰਕੇ ਇੱਕੋ ਵੱਡੀ ਕਾਰਵਾਈ ਕੀਤੀ ਇਹਨਾਂ ਨੇ, ਉਹ ਜਿਹੜਾ ਸਾਬਕਾ ਵਿਧਾਇਕ ਜੋਗਿੰਦਰਪਾਲ ਇਹਨਾਂ ਨੇ ਅੰਦਰ ਕੀਤਾ ਸੀਗਾ। ਅਦਰਵਾਈਜ਼ ਸਾਰੀਆਂ ਹੀ ਕਾਰਵਾਈਆਂ ਜਿਹੜੀਆਂ ਮੈਂ ਤੁਹਾਨੂੰ ਅੰਕੜਿਆਂ ਦੇ ਲਿਹਾਜ਼ ਨਾਲ ਦੱਸ ਰਿਹਾ ਕਿ 186 ਕੇਸ ਯਾਨੀ 65% ਕੇਸ ਕਿ ਕਿਤੋਂ 2 ਕਿਲੋ ਕਿਤੋਂ 4 ਕਿਲੋ ਰੇਤਾ। ਹੁਣ ਖੱਚਰਾਂ ਜਿਹੜੀਆਂ ਉਹ ਵਿਚਾਰੀਆਂ ਉਡੀਕਦੀਆਂ ਕਿ ਕਦੋਂ ਰੇਹੜੀ ਛੋਟੇ ਜਿਹਦੇ ਉੱਤੇ ਕੋਈ 5 ਸੇਰ 7 ਸੇਰ ਰੇਤਾ ਸੀ। ਇਸ ਕਰਕੇ ਇਹ ਜਿਹੜੀ ਕਾਰਵਾਈ ਆ ਮਾਈਨਿੰਗ ਵਾਲੀ, ਇਹਨਾਂ ਨੂੰ ਇੱਕ ਸਾਰ ਵਧੀਆ ਪਾਲਿਸੀ ਲਿਆ ਕੇ ਰੋਕਣੀ ਪਵੇਗੀ, ਅਦਰਵਾਈਜ਼ ਬੇਇੱਜ਼ਤੀ ਵੀ ਹੋਏਗੀ, ਲੁੱਟ ਵੀ ਹੋਏਗੀ, ਦੋਨੇ ਚੀਜ਼ਾਂ ਬਰੋਬਰ ਹੀ ਚੱਲੂਗੀਆਂ ਜੀ। ਮਿੰਟੂ ਜੀ, ਇੱਕ ਹੋਰ ਪਾਸੇ ਜਿੱਥੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ, ਆਪੋਜੀਸ਼ਨ ਇਸ ਗੱਲ ਨੂੰ ਲੈ ਕੇ ਬੜਾ ਨਿਸ਼ਾਨਾ ਸਾਧ ਰਹੇ ਨੇ ਵੀ ਕਬਜ਼ੇ ਵਾਲੀਆਂ ਜਿਹੜੀਆਂ ਜ਼ਮੀਨਾਂ ਛੁਡਾਈਆਂ ਜਾ ਰਹੀਆਂ ਨੇ। ਕਹਿੰਦੇ ਵੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਿੰਨੇ ਹੀ ਏਕੜ ਜ਼ਮੀਨ ਤੇ ਕਹਿੰਦੇ ਉੱਥੇ ਵੀ ਇਲੀਗਲ ਕਬਜ਼ੇ ਦੇ ਦੋਸ਼ ਲੱਗ ਰਹੇ ਨੇ। ਉਧਰੋਂ LPU ਵਾਲੇ ਅਸ਼ੋਕ ਮਿੱਤਲ, ਉਹ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਵੱਲੋਂ ਹੀ ਬਣੇ ਨੇ। ਸੋ ਉਧਰਲੇ ਪਾਸੇ ਨੂੰ ਕੀ ਚੱਲ ਰਿਹਾ ਜੀ? ਦੇਖੋ ਵਿਜੇ ਜੀ, ਉਹਦੇ ਵਿੱਚ ਕੀ ਹੈ ਕਿ ਏਕੜ ਨਹੀਂ ਹੈ, ਉਹ ਰਕਬਾ ਜਿਹੜਾ ਦੱਸੀਦਾ ਉਹ 6 ਕਨਾਲਾਂ ਤੇ ਕੋਈ ਲਾ ਲਓ ਕਿ ਕੁਛ ਮਰਲੇ ਆ ਉੱਤੇ। ਹੁਣ ਕਿੰਨੇ ਮਰਲੇ ਆ, ਵੈਸੇ ਮਰਲਿਆਂ ਦੇ ਨਾਲ ਸਰਸਾਈਆਂ ਆ ਜਾਂਦੀਆਂ, ਬਥੇਰਾ ਕੁਛ ਹੁੰਦਾ ਹੈ ਰਕਬੇ ਦੇ ਹਿਸਾਬ ਨਾਲ, ਪਰ ਉਹ 6 ਕਨਾਲਾਂ ਵੀ ਥੋੜੀ ਨਹੀਂ ਹੈ। ਤੁਹਾਨੂੰ ਪਤਾ ਹੈ ਏਰੀਆ ਕਿਹੋ ਜਿਹਾ ਏਰੀਆ, ਡਿਵੈਲਪਡ ਏਰੀਆ ਹੈ। ਤਾਂ ਉਹ 6 ਗੱਲ, ਵੈਸੇ 6 ਦੀ ਗੱਲ ਸਹਿਦ ਹੀ ਨਹੀਂ ਕਹਿੰਦੇ, ਗੱਲ ਪੈ ਦੀ ਆ। ਗੱਲ ਤੇ ਇਹ ਆ ਕਿ ਇੱਕ ਪਾਸੇ ਕਾਫਲਾ ਲੈ ਕੇ ਚੀਫ ਮਿਨਿਸਟਰ ਸਿਮਰਨਜੀਤ ਸਿੰਘ ਮਾਨ ਦੀ ਉਹ ਜਿਹੜੀ ਤਥਾ ਕਥਿਤ ਜ਼ਮੀਨ ਦਾ ਦਾਅਵਾ ਕੀਤਾ ਗਿਆ ਉਹ ਛਡਵਾਉਣ ਚਲੇ ਜਾਂਦੇ ਆ, ਤਾਂ ਦੂਸਰੇ ਪਾਸੇ ਉਹਨਾਂ ਦਾ ਆਪਣਾ ਮੈਂਬਰ ਪਾਰਲੀਮੈਂਟ ਇਸ ਮਾਮਲੇ 'ਚ ਘਿਰਿਆ ਹੋਇਆ। ਪਰ ਯੂਨੀਵਰਸਿਟੀ ਦਾ ਕੀ ਕਹਿਣਾ ਹੈ? ਯੂਨੀਵਰਸਿਟੀ ਕਹਿੰਦੀ ਹੈ ਕਿਉਂਕਿ ਪੱਤਰ ਵਿਹਾਰ ਹੋਇਆ ਹੋਇਆ, ਔਨ ਰਿਕਾਰਡ ਆ ਗਿਆ, ਉਹ ਸੁਖਪਾਲ ਖਹਿਰਾ ਵੀ ਕੱਢ ਲਿਆ ਜੀ, ਉਹਦੇ ਵਿੱਚ ਕਾਰਵਾਈ ਦਾ ਜ਼ਿਕਰ ਹੈ ਕਿ ਕਾਰਵਾਈ ਕੀਤੀ ਜਾਓ, ਕਰ ਦਿਓ ਜਾ ਕੇ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਜਲੰਧਰ ਦੇ ਹੈਗੇ ਨੇ ਜ਼ਿਲ੍ਹਾ ਪੰਚਾਇਤ ਅਫਸਰ, ਉਹ ਵੀ ਕਹਿੰਦੇ ਆ ਕਿ ਬਿਲਕੁਲ ਜੀ ਉਹ ਨਜਾਇਜ਼ ਇਹਨਾਂ ਦੇ ਕੋਲ ਜ਼ਮੀਨ ਆ। ਹੁਣ ਇਹਨਾਂ ਦਾ ਕੀ ਕਹਿਣਾ ਆ ਮਿੱਤਲ ਸਾਹਿਬ ਦਾ? ਵੈਸੇ ਤੇ ਅੱਜ ਕੱਲ੍ਹ ਅਸ਼ੋਕ ਮਿੱਤਲ ਜੀ ਤੇ ਫੋਨ ਚੁੱਕਦੇ ਹੀ ਨਹੀਂ ਹੈ, ਤਾਂ ਇਹਨਾਂ ਦੇ ਜਿਹੜੇ ਮੀਤ ਪ੍ਰਧਾਨ ਆ, ਟਰਸਟ ਵਗੈਰਾ ਬਣਾਈ ਹੋਏਗੀ ਨਾ ਇਹਨਾਂ ਨੇ, ਤਾਂ ਉਹਨਾਂ ਨੇ ਜ਼ਰੂਰ ਵਰਸ਼ਨ ਦਿੱਤਾ ਸੀਗਾ। ਕਹਿੰਦੇ ਜੀ ਕਿ ਬੇਸਿਕਲੀ ਉਹ ਜ਼ਮੀਨ ਸਾਡੇ ਕੋਲ ਨਹੀਂ ਹੈਗੀ, ਉਹ ਜ਼ਮੀਨ ਹਰਦਾਸਪੁਰਾ ਪਿੰਡ ਹੈ ਜਿਹਦਾ ਇਹ ਰਕਬਾ ਹੈ ਸਾਰਾ, ਉਹਦੇ ਗੁਰੂ ਘਰ ਦੇ ਨਾਮ ਆ, ਸਾਡੇ ਕੋਲ ਥੋੜੀ ਆ। ਪਰ ਉੱਥੇ ਵੀ ਇੱਕ ਮਸਲਾ ਖੜਾ ਹੁੰਦਾ ਹੈ ਕਿ ਜਿਹੜੀ ਗੁਰੂ ਘਰਾਂ ਦੇ ਨਾਮ ਉਹਨਾਂ ਸਮਿਆਂ 'ਚ ਜ਼ਮੀਨ ਲੱਗੀ ਹੈ ਨਾ ਰਿਆਸਤ ਕਾਲ ਦੇ ਵਿੱਚ ਵਿਜੇ ਜੀ, ਉਹ ਜ਼ਮੀਨ ਮਾਫੀ ਦੀ ਹੈ। ਉਹ ਜ਼ਮੀਨ ਨਾ ਤਾਂ ਕੋਈ ਖਰੀਦ ਸਕਦਾ ਤੇ ਨਾ ਹੀ ਉਹਨੂੰ ਲੀਜ਼ ਤੇ ਦਿੱਤੀ ਜਾ ਸਕਦੀ ਹੈ, ਜਦ ਕਿ ਆਫੀਸ਼ੀਅਲੀ ਉਹ ਜ਼ਮੀਨ ਤੁਹਾਡੇ ਕੋਲ ਬੋਲਦੀ ਹੈ। ਦਾ ਮਤਲਬ ਕਿ ਨਾ ਤਾਂ ਤੁਸੀਂ ਮੁੱਲ ਲੈ ਸਕਦੇ ਹੋ, ਨਾ ਤੁਸੀਂ ਉਹਨੂੰ ਲੀਜ਼ ਤੇ ਲਿਆ ਹੋ ਸਕਦਾ ਹੈ। ਤਾਂ ਜੇ ਤੁਹਾਡੇ ਥੱਲੇ ਜਿਵੇਂ ਕਥਿਤ ਤੌਰ ਤੇ ਕਿਹਾ ਜਾ ਰਿਹਾ ਪੱਤਰ ਵਿਹਾਰ ਹੋ ਰਿਹਾ, ਤੁਹਾਡੀ ਸਰਕਾਰ ਦੇ ਵਿੱਚ ਹੀ ਹੋ ਰਿਹਾ ਹੈ ਕਿਉਂਕਿ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਹੋ, ਤਾਂ ਤੁਹਾਡੀ ਸਰਕਾਰ ਦਾ ਹੀ ਪੱਤਰ ਵਿਹਾਰ ਬੋਲਦਾ ਪਿਆ। ਤੇ ਇਸ ਕਰਕੇ ਜੋ ਗੁਰੂ ਘਰ ਦੀ ਵੀ ਜ਼ਮੀਨ ਆ, ਹੁਣ ਇਹਨਾਂ ਗੱਲਾਂ ਦਾ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਕਿ ਮਾਫੀ ਵਾਲੀ ਜ਼ਮੀਨ ਅੱਗੇ ਨਹੀਂ ਦਿੱਤੀ ਜਾ ਸਕਦੀ। ਜਿਸ ਸੰਸਥਾਨ ਕੋਲ ਹੈ, ਚਾਹੇ ਧਾਰਮਿਕ ਸਥਾਨ ਹੈ, ਚਾਹੇ ਕੋਈ ਵੀ, ਜਿਸ ਸਥਾਨ ਕੋਲ ਹੈ ਉਹਨੂੰ ਉਹ ਸਿਰਫ ਵਰਤ ਸਕਦਾ ਹੈ, ਇੱਦਾਂ ਨਹੀਂ ਵਰਤ ਸਕਦਾ ਜਿੱਦਾਂ ਇਹਨਾਂ ਵਰਤੀ ਹੈ। ਜੀ, ਸੋ ਦੇਖਦੇ ਹਾਂ ਉਹ 'ਚ ਵੀ ਕੀ ਬਣਦਾ, ਕਿਉਂਕਿ ਕੰਟਰੋਵਰਸੀ ਉਹ ਵੀ ਮਗਦੀ ਪ੍ਰਤੀਤ ਹੋ ਰਹੀ ਹੈ, ਹੋਰ ਜ਼ਿਆਦਾ ਉਹਨੂੰ ਠੱਲ ਨਹੀਂ ਪੈ ਰਹੀ ਹਲੇ। ਤੀਆਂ ਮਨਾਉਣ ਵਾਲਾ ਕੰਮ ਅਧਿਕਾਰੀਆਂ ਨੂੰ ਮਹਿੰਗਾ ਪੈ ਗਿਆ, ਕੀ ਹੋਇਆ ਜੀ ਇਹ?
ਪੀਂਘਾਂ ਝੂਟਦੇ ਸੀ। ਬਸ ਇਹੋ ਜਿਹਾ ਕੰਮ ਹੋ ਗਿਆ ਕਿ ਜਿਵੇਂ ਉਹ ਰਾਜ ਬਰਾੜ ਕਹਿੰਦਾ ਸੀ ਨਾ, ਦਿਨ ਤੀਆਂ ਵਰਗੇ ਕਾਲਜ ਦੇ ਯਾਦਾਂ ਬਣ ਕੇ ਰਹਿ ਚੱਲੇ। ਇਹ ਹੁਣ ਕਹਿਣ ਕਰਨਗੇ ਕਿ ਦਿਨ ਤੀਆਂ ਵਰਗੇ ਚੰਡੀਗੜ੍ਹ ਦੇ ਯਾਦਾਂ ਬਣ ਕੇ ਰਹਿ ਚੱਲੇ, ਕਿਉਂਕਿ ਅਫਸਰ ਨੇ ਚੱਕ ਕੇ ਬਦਲੀਆਂ ਕਰ ਦਿੱਤੀਆਂ ਜਿਨ੍ਹਾਂ ਨੇ ਤੀਆਂ ਮਨਾਈਆਂ ਸੀਗੀਆਂ। ਅੱਛਾ ਜੀ। ਤਾਂ ਇੰਟਰਸਟਿੰਗ ਮਸਲਾ ਕਿ ਤੀਆਂ ਵੀ ਮਹਿੰਗੀਆਂ ਪੈ ਜਾਂਦੀਆਂ ਨੇ। ਖੈਰ ਇਹ ਮਾੜਾ ਟਾਈਮ ਆਵੇ ਨਾ ਜਦੋਂ, ਤੇ ਕਹਿੰਦੇ ਆ ਕਿ ਦਹੀਂ ਦੇ ਨਾਲ ਵੀ ਦਾੜ ਟੁੱਟ ਜਾਂਦੀ ਹੈ, ਮਾੜਾ ਟਾਈਮ ਹੁੰਦਾ ਹੀ ਐਸਾ ਹੈ। ਤਾਂ ਖੈਰ ਗੱਲ ਇਹ ਆ ਕਿ ਇਹਨਾਂ ਨੇ ਤੀਆਂ ਮਨਾਈਆਂ ਸੀਗੀਆਂ। ਇਹ ਜਿਹੜੀਆਂ ਤੀਆਂ ਮਨਾਈਆਂ ਗਈਆਂ 17 ਸੈਕਟਰ ਦੇ ਜਿਹੜਾ ਉਦਯੋਗ ਭਵਨ ਆ ਉਹਦੇ ਵਿੱਚ। ਤਾਂ ਹੋਇਆ ਕਿ ਉੱਥੇ ਮਲਵਾਈ ਗਿੱਧਾ ਉਹ ਤਾਂ ਫਿਰ ਚੱਲਣਾ ਹੀ ਸੀਗਾ ਨਾ ਪੰਜਾਬੀਆਂ ਦਾ, ਤੁਹਾਨੂੰ ਪਤਾ ਹੀ। ਤੀਆਂ ਲੱਗੀਆਂ ਹੁਣ ਤੇ ਢੋਲ ਤੇ ਡਗੇ ਤੇ ਲੱਗਦੇ। ਹੁਣ ਤੁਹਾਡੇ ਆਪਦੇ ਇੱਧਰ ਕੈਨੇਡਾ 'ਚ ਵੇਖੋ ਤੀਆਂ ਦੇ ਮੇਲੇ ਕਿੱਦਾਂ ਸਜਦੇ ਆ। ਤਾਂ ਖੈਰ ਇੱਥੇ ਤੇ ਫਿਰ ਲੱਗਣਾ ਹੀ ਸੀਗਾ। ਹੋਇਆ ਕਿ ਉਹ ਅਫਸਰ ਨੂੰ ਇਹ ਗੱਲ ਜਿਹੜੀ ਬੜੀ ਨਾਗਵਾਰ ਗੁਜ਼ਰੀ। ਜਿਹੜਾ ਅਫਸਰ ਸੀ ਉਹਨੇ ਉਹ ਜਿਹੜੀਆਂ ਮਤਲਬ ਕਿ ਮਨਾਉਣ ਵਾਲੀਆਂ ਤੀਆਂ ਤੇ ਜਾਂ ਜਿਹੜੇ ਮਨਾਉਣ ਵਾਲੇ ਸੀਗੇ ਉਹ ਜਥੇਬੰਦੀ ਨੂੰ ਬੁਲਾ ਲਿਆ, ਕਹਿੰਦੇ ਆ ਜਾਓ। ਇਹ ਮਾਮਲਾ ਜਿਹੜਾ ਬੇਸਿਕਲੀ ਦੇਖੋ ਇਹਨਾਂ ਦਾ ਇੱਕ ਨਾ ਮੰਤਰਾਲਾ ਵੀ ਹੈ, ਡਿਪਾਰਟਮੈਂਟ ਵੀ ਹੈ, ਉਹ ਬਹੁਤ ਕ੍ਰੂਸ਼ਲ ਹੈ। ਜੇ ਆਪਾਂ ਪੰਜਾਬ ਦੇ ਉਦਯੋਗਿਕ ਇਕਾਈ ਨੂੰ ਦੇਖ ਕੇ ਚੱਲੀਏ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ। ਸੋ ਮਾਮਲਾ ਜਿਹੜਾ ਉਹਦੇ ਨਾਲ ਜੁੜਿਆ ਵਾ। ਤਾਂ ਅਫਸਰ ਨੇ ਬੁਲਾਇਆ, ਉਹਨੇ ਆਖਿਆ ਪਹਿਲਾਂ ਤੇ ਨੋਟਿਸ ਕੱਢਿਆ ਕਿ ਕੀ ਕੀਤਾ ਤੁਸੀਂ, ਇਹ ਢਮਟਮਾ ਲਾ ਰੱਖਿਆ। ਉਸ ਤੋਂ ਬਾਅਦ ਧਮਕੀ ਦੇਣ ਤੋਂ ਬਾਅਦ ਉਹਨੇ ਚੱਕ ਕੇ ਦੂਰ ਸਟੇਸ਼ਨ ਜਿਹੜੇ ਸੀ ਸਾਰਿਆਂ ਨੂੰ ਅਲਾਟ ਕਰ ਦਿੱਤੇ ਕਿ ਉੱਥੇ ਆਰਾਮ ਨਾਲ ਤੀਆਂ ਮਨਾਈ ਚੱਲੋ। ਪਰ ਇੱਥੇ ਸਵਾਲ ਖੜਾ ਹੁੰਦਾ ਕਿ ਯਾਰ ਸੱਭਿਆਚਾਰ ਦਾ ਹਿੱਸਾ ਹੈ ਉਹ, ਜਿਵੇਂ ਕਹਿੰਦਾ ਕਦੇ ਹੱਸ ਵੀ ਲਿਆ ਕਰੋ, ਸਾਰਾ ਦਿਨ ਕੰਮ ਹੀ ਕਰਨਾ। ਜੇ ਕਿਤੇ ਤੀਆਂ ਮਨਾ ਲਈਆਂ ਯਾਰ ਫਿਰ ਕਿੱਡੀ ਕੋ ਗੱਲ ਹੈ। ਪਰ ਉਹ ਅਫਸਰ ਹੈ ਜਿਹੜਾ ਉਹ ਬੜਾ ਕਹਿ ਲਓ ਕਿ ਕਪੱਤਾ ਨਿਕਲਿਆ ਜਾਂ ਕਰਖਤ ਨਿਕਲਿਆ। ਉਹਨੇ ਕਿਸੇ ਦੀ ਨਹੀਂ ਸੁਣੀ। ਉਹਨੇ ਕਿਹਾ ਲਓ ਹੁਣ ਖੁੱਲ੍ਹ ਕੇ ਤੀਆਂ ਹੀ ਮਨਾਓ ਦੂਰ ਦਰਾਡੇ 'ਚ ਜਾ ਕੇ। ਮਿੰਟੂ ਜੀ ਇਹ ਦੱਸਿਓ, NRIs ਵਾਸਤੇ ਬੜੀ ਅਹਿਮ ਖਬਰ ਹੈ ਇਹ। ਬੜੇ ਵੱਡੇ ਕਦਮ ਚੁੱਕੇ ਜਾਣੇ ਨੇ ਭਗਵੰਤ ਮਾਨ ਸਰਕਾਰ ਵੱਲੋਂ ਜਿਨ੍ਹਾਂ ਦਾ NRIs ਨੂੰ ਫਾਇਦਾ ਹੋਏਗਾ। ਇਹਦੇ ਕੀ ਵੇਰਵੇ ਨੇ ਜੀ? ਦੇਖੋ ਪਿਛਲੇ ਦਿਨੀ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਹੈ ਜਿਨ੍ਹਾਂ ਦੇ ਕੋਲ NRI ਪੋਰਟਫੋਲੀਓ ਵੀ ਹੈ, ਤਾਂ ਉਹਨਾਂ ਨੇ ਕੇਂਦਰੀ ਵਜ਼ੀਰ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਬਾਹਰ ਆ ਕੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਸੀਗੀਆਂ ਕਿ ਜੋ NRIs ਨੇ ਮੇਰੇ ਤੋਂ ਮੰਗਿਆ ਵੀ ਨਹੀਂ, ਮੈਂ ਉਹ ਵੀ ਕਹਿ ਕੇ ਆਇਆ। ਮਸਲਨ ਕਿ ਕਈਆਂ ਦੇ ਹੁਣ ਵੈਪਨ ਦੇ ਲਾਇਸੈਂਸ ਜਿਹੜੇ ਆ ਉਹ ਉਧਰ ਬੈਠਿਆਂ ਹੀ ਹੋ ਜਾਂਦੇ, ਐਕਸਪਾਇਰ ਹੋ ਜਾਂਦੇ ਆ। ਤੇ ਇੱਧਰ ਜਦੋਂ ਨਵਿਆਉਣਾ ਹੁੰਦਾ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਫਿਰ ਖੱਜਲ ਖੁਆਰੀ ਹੁੰਦੀ ਹੈ, ਕਿਉਂਕਿ ਗੈਪ ਪੈ ਜਾਂਦਾ ਹੈ ਟਾਈਮ ਪੀਰੀਅਡ ਦਾ, ਕਾਫੀ ਜ਼ਿਆਦਾ ਫਰਕ ਪੈ ਜਾਂਦਾ। ਤਾਂ ਇਸ ਤਰ੍ਹਾਂ ਦੇ ਮੁੱਦੇ ਵੀ ਚੁੱਕੇ, ਕਹਿੰਦੇ ਕਿ ਜਿਹੜੇ ਮੇਰੇ ਸਾਹਮਣੇ ਕਿਸੇ ਨੇ ਕਦੇ ਲਿਆਂਦੇ ਨਹੀਂ, ਪਰ ਮੈਂ ਉੱਥੇ ਡਿਸਕਸ ਕਰਕੇ ਆਇਆ, ਮੈਂ ਉੱਥੇ ਜਾ ਕੇ ਇਹਨਾਂ ਨੂੰ ਚੁੱਕਿਆ ਵਾ। ਖੈਰ ਦੇਖੋ ਹੁਣ ਜਿਹੜੀ ਵਿਚਾਰ ਚੱਲਦੀ ਪਈ ਆ, ਇਹ ਦੇਖੋ ਇੰਪਲੀਮੈਂਟ ਕਦੋਂ ਹੁੰਦੀ ਆ, ਲਾਗੂ ਕਦੋਂ ਹੁੰਦੀ ਹੈ, ਇਹਦੇ ਰਿਜ਼ਲਟ ਕਦੋਂ ਆਉਂਦੇ ਆ, ਬਾਅਦ ਦੀ ਗੱਲ ਹੈ। ਪਰ ਇਹ ਖਾਕਾ ਉਲੀਕ ਰਹੇ ਨੇ ਡਰਾਫਟ ਪਾਲਿਸੀ ਬਾਰੇ ਲੰਮੀ ਵਿਚਾਰ ਚਰਚਾ ਕਹਿੰਦੇ ਆ ਕਿ ਹੋਈ ਹੈ। NRI ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਵੀ ਹੋਈ ਹੈ, ਕੁਲਦੀਪ ਸਿੰਘ ਧਾਲੀਵਾਲ ਵੀ ਹੈ, ਔਰ ਇਹਦੇ 'ਚ ਕਹਿੰਦੇ ਆ ਕਿ ਭਗਵੰਤ ਸਿੰਘ ਮਾਨ ਵੀ ਜਿਹੜੇ CM ਸਾਹਿਬ ਆ ਉਹ ਵੀ ਕਾਫੀ ਜ਼ਿਆਦਾ ਇੰਟਰਸਟਡ ਨੇ। ਵੈਸੇ ਤਾਂ ਤੁਹਾਨੂੰ ਪਤਾ ਹੈ NRIs ਨੇ ਬਹੁਤ ਸਪੋਰਟ ਕੀਤੀ ਹੈ ਉਹਨਾਂ ਦੀ। ਤੇ ਇਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਮੁੱਢਲੇ ਤੌਰ 'ਤੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ ਜੋ ਪ੍ਰਵਾਸ ਦੇ ਵਿੱਚ ਨੇ, ਕਿ ਉਹਨਾਂ ਨੂੰ ਸੂਬੇ ਦੇ ਧਾਰਮਿਕ ਅਸਥਾਨਾਂ ਦੇ ਵਿੱਚ ਫ੍ਰੀ ਯਾਤਰਾ ਕਰਵਾਈ ਜਾਵੇ। ਵੈਸੇ ਇਹ ਇੱਕ ਯੋਜਨਾ ਮੇਰੇ ਖਿਆਲ ਦੇ ਨਾਲ ਲਿਆਂਦੀ ਗਈ ਸੀ ਪਿਛਲੀ ਸਰਕਾਰ 'ਚ ਕਿ ਜਿਹੜੇ ਤੁਹਾਡੇ ਇੱਧਰ ਦੇ ਬੋਰਨ ਬੱਚੇ ਨੇ ਕਿ ਉਹਨਾਂ ਨੂੰ ਪੰਜਾਬ ਦਿਖਾਇਆ ਜਾਵੇ। ਤਾਂ ਇਹਨਾਂ ਨੇ ਉਲਟ ਕੀਤਾ ਥੋੜ੍ਹਾ ਜਿਹਾ। ਇਸ ਤੋਂ ਇਲਾਵਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਵੱਡੀ ਰਾਹਤ ਦਿੰਦੇ ਆਖਿਆ ਕਿ ਸਿਵਲ ਲੋਕ ਅਦਾਲਤਾਂ ਦੀ ਤਰਜ਼ ਤੇ ਪ੍ਰਵਾਸੀਆਂ ਦੇ ਮਾਮਲੇ ਨਿਬੇੜਨ ਲਈ NRI ਲੋਕ ਅਦਾਲਤ ਜਿਹੜੀ ਉਹ ਸਥਾਪਿਤ ਕੀਤੀ ਜਾਵੇ। ਵੈਸੇ ਇਹ ਬਹੁਤ ਪੁਰਾਣੇ ਜੁਮਲੇ ਨੇ, ਹੁਣ ਇਹ ਦੇਖੋ ਕਿ ਇਹ ਕਿਸ ਤਰੀਕੇ ਨਾਲ ਅੱਗੇ ਖੜਦੇ ਆ। ਫਿਰ ਇਹਨਾਂ ਨੇ ਕਿਹਾ ਕਿ ਜ਼ਮੀਨੀ ਜਾਂ ਜਿਹੜੇ ਵਿਆਹੁਤਾ ਜ਼ਿੰਦਗੀ ਦੇ ਝਗੜੇ ਨੇ ਇਹ ਮੌਕੇ ਤੇ ਨਿਬੇੜ ਦਿੱਤੇ ਜਾਣ ਤਾਂ ਕਿ ਲੰਮੇ ਨਾ ਖਿੱਚੇ ਜਾਣ। ਸੋ ਇਸ ਕਰਕੇ ਇਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਵਿਚਾਰੀਆਂ ਕਿ ਕਿਸ ਤਰ੍ਹਾਂ ਜਿਵੇਂ ਹੁਣ ਗਰਦੌਰੀ ਦਾ ਮਸਲਾ ਹੈ ਕਿ ਆਪਾਂ ਬਹੁਤ ਸਾਰੀਆਂ ਥਾਵਾਂ ਤੇ ਦੇਖਦੇ ਹਾਂ ਕਿ NRIs ਦੀ ਜ਼ਮੀਨ ਤੇ ਕਬਜ਼ਾ ਹੋ ਜਾਂਦਾ ਹੈ। ਤਾਂ ਇਹਨਾਂ ਦਾ ਕਹਿਣਾ ਹੈ ਕਿ NRIs ਦੀਆਂ ਜਿਹੜੀਆਂ ਜ਼ਮੀਨਾਂ ਹੈ ਕੋਈ ਐਸਾ ਮੈਕੈਨਿਜ਼ਮ ਬਣਾ ਦਿੱਤਾ ਜਾਵੇ ਕਿ ਜ਼ਮੀਨਾਂ ਦੀ ਗਰਦੌਰੀ ਜਿਹੜੀ ਆ ਉਹ ਸਹਿਮਤੀ ਤੋਂ ਬਿਨਾਂ ਹੋਵੇ ਹੀ ਨਾ ਅੱਗੇ। ਐਸਾ ਇਹ ਖਾਕਾ ਉਲੀਕ ਰਹੇ ਨੇ। ਵੈਸੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਤੋਂ ਹਮੇਸ਼ਾ ਇੱਕ ਉਮੀਦ ਬਣੀ ਰਹਿੰਦੀ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਜਿਹੜੀਆਂ ਉਹ ਲਾਗੂ ਵੀ ਹੋ ਜਾਣ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਤਕਰੀਬਨ 10,000 ਮੁਕੱਦਮਾ ਪੈਂਡਿੰਗ ਹੈ NRIs ਦਾ ਵੱਖ-ਵੱਖ। ਜੇ ਤੁਸੀਂ ਦੇਖੋਗੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ NRIs ਨੇ ਜਾਂ ਜਿੰਨੇ ਵੀ ਪ੍ਰਵਾਸੀ ਪੰਜਾਬੀ ਹੈ ਤਾਂ ਟੋਟਲ ਮੁਕੱਦਮਾ ਉਹਨਾਂ ਦਾ 10,000 ਹੈ। ਤੇ ਇੱਥੇ ਇੱਕ ਅਦਾਲਤ ਦੇ ਨਾਲ ਗੱਲ ਨਹੀਂ ਬਣਨੀ।
ਕੁਝ ਮੁਕੱਦਮੇ ਮਤਲਬ ਕਿ ਦੀਵਾਨੀ ਹੁੰਦੇ ਆ, ਕੁਝ ਸਿਵਲ ਦੇ ਮੁਕੱਦਮੇ ਹੁੰਦੇ ਆ, ਆਪਾਂ ਨੂੰ ਪਤਾ ਹੀ ਆ। ਕਈਆਂ ਤੇ ਕ੍ਰਿਮੀਨਲ ਚਾਰजेस ਵੀ ਲਾਏ ਹੋਏ ਨੇ, ਫੇਕ ਕੇਸ ਪਾ ਦਿੰਦੇ ਨੇ ਅੱਜ ਕੱਲ੍ਹ ਇੱਥੇ ਜੀ। ਇਹ ਬੜਾ ਸਿਆਪਾ ਹੈ। ਸੋ ਇਹ ਸਾਰਾ ਕੁਝ ਨਜਿੱਠਣ ਵਾਸਤੇ ਇੱਕ ਕੋਈ ਲੋਕ ਅਦਾਲਤ ਦੀ ਤਰਜ਼ ਤੇ ਜੇ ਬਣਾ ਦੋਗੇ ਗੱਲ ਨਹੀਂ ਬਣਨੀ। ਇਹਨਾਂ ਦੇ ਸਾਰੇ ਕੇਸ ਹੀ ਵੇਲੇ ਨਾਲ ਨਜਿੱਠੇ ਜਾਣ, ਕਿਉਂਕਿ ਆਪਾਂ ਵੇਖਿਆ ਕਰੋਨਾ ਦੇ ਦੌਰਾਨ ਬੜੀਆਂ ਮਹੱਤਵਪੂਰਨ ਤਰੀਕਾਂ ਸੀਗੀਆਂ। ਕੁਝ ਹਾਈ ਕੋਰਟ ਦੇ ਵਿੱਚ ਸਾਨੂੰ ਵੀ ਫੋਨ ਕਰਦੇ ਹੁੰਦੇ ਸੀ, ਸੁਣਵਾਈਆਂ ਲੰਬੇ ਸਮੇਂ ਵਾਸਤੇ ਟਲ ਜਾਂਦੀਆਂ ਸੀਗੀਆਂ। ਤੇ ਇਹ ਜਿਹੜੀ ਪੈਂਡੈਂਸੀ ਹੈ ਕੇਸਾਂ ਦੀ, ਇਹਨੂੰ ਨਜਿੱਠਣ ਵਾਸਤੇ ਠੋਸ ਉਪਰਾਲੇ ਕਰਨ ਦੀ ਜ਼ਰੂਰਤ ਆ। ਇਹ ਬਹੁਤ ਅਹਿਮ ਇਸ਼ੂ ਹੈ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜਿਹੜੇ ਅਧਿਆਪਕ ਹੁੰਦੇ ਆ, ਆਪਾਂ ਕਹਿੰਦੇ ਆ ਕਿ ਚਾਨਣ ਮਨਾ ਰਹੇ ਹੁੰਦੇ ਆ, ਵਾਕਿਆ ਚਾਨਣ ਮਨਾ ਰਹੇ ਹੁੰਦੇ ਆ। ਇੱਕ ਅਧਿਆਪਕ ਦੀ ਗੱਲ ਕਰਦੇ ਆ, ਬਠਿੰਡੇ ਦੇ ਫੁੱਟਪਾਥ ਤੇ ਗਰੀਬ ਬੱਚਿਆਂ ਨੂੰ ਪੜਾਉਣ ਵਾਲੇ ਸੁਖਪਾਲ ਸਿੰਘ ਸਿੱਧੂ। ਸੁਖਪਾਲ ਸਿੰਘ ਸਿੱਧੂ ਅਜਿਹੇ ਟੀਚਰ ਕਹਿੰਦੇ ਆ ਕਿ ਬਠਿੰਡੇ ਦਾ ਇੱਕੋ ਇੱਕ ਫੁੱਲੀ ਪ੍ਰਾਇਮਰੀ ਏਸੀ ਸਕੂਲ ਜਿਹੜਾ ਉਹ ਇਹਨਾਂ ਨੇ ਆਪਣੀ ਹਿੰਮਤ ਦੇ ਨਾਲ ਬਣਾ ਰੱਖਿਆ। ਸਰਕਾਰੀ ਸਕੂਲ ਫੁੱਟਪਾਥ ਤੇ ਬੱਚਿਆਂ ਨੂੰ ਪੜਾਉਂਦੇ ਨੇ, ਪਰ ਮੇਰੇ ਖਿਆਲ ਦੇ ਨਾਲ ਇਕੱਲਾ ਫੁੱਟਪਾਥ ਤੇ ਬੱਚਿਆਂ ਨੂੰ ਪੜਾਉਂਦੇ ਨਹੀਂ, ਇਹ ਵੀ ਲੋਕਾਂ ਨੂੰ ਸਿਖਾਉਂਦੇ ਆ ਕਿ ਜੇ ਤੁਹਾਡੇ ਕੋਲ ਇਲਮ ਹੈ, ਤੁਹਾਡੇ ਕੋਲ ਗਿਆਨ ਹੈ, ਪਰਿਸਥਿਤੀਆਂ ਜਿਹੋ ਜਿਹੀਆਂ ਮਰਜ਼ੀ ਹੋਣ, ਉਹਨੂੰ ਅੱਗੇ ਤੋਰਦੇ ਜਾਓ। ਇਹ ਸਭ ਤੋਂ ਵੱਡਾ ਪੁੰਨ ਆ, ਸਭ ਤੋਂ ਵੱਡਾ ਪੁੰਨ ਆ, ਕਿਉਂਕਿ ਗੁਣ ਦੇਣ ਵਾਸਤੇ ਤੁਹਾਡਾ ਜਿਗਰਾ ਹੋਣਾ ਚਾਹੀਦਾ। ਨਹੀਂ ਤਾਂ ਆਪਾਂ ਸੁਣਦੇ ਆ ਨਾ ਕਿ ਫਲਾਣੇ ਨੇ ਗੁਣ ਲਗਾ ਲਿਆ, ਜੇ ਇੱਕ ਅੱਧਾ ਗੁਣ ਰੱਖ ਲਿਆ। ਨਹੀਂ, ਗੁਣ ਸਾਰੇ ਦੇਣੇ, ਕਿਸੇ ਨੂੰ ਇਲਮ ਦੇਣਾ ਬਹੁਤ ਵੱਡੇ ਜਿਗਰੇ ਦਾ ਕੰਮ ਆ। ਵੈਸੇ ਇੱਕ ਟੀਚਰ ਦੀ ਮੈਨੂੰ ਕਹਾਣੀ ਯਾਦ ਆ ਗਈ। ਕਹਿੰਦੇ ਨਾ ਕਿ ਉਹ ਜਿਹੜੇ ਬੱਚੇ ਸੀਗੇ ਜੀ, ਉਹਨਾਂ ਦੇ ਸ਼ੂਜ਼ ਮੈਲੇ ਹੁੰਦੇ ਸੀਗੇ, ਤਾਂ ਇੱਕ ਦਿਨ ਉਹ ਆਪ ਹੀ ਉੱਥੇ ਲੈ ਕੇ ਜਿਹੜੇ ਹੁੰਦਾ ਬੁਰਸ਼ ਜਿਹਾ ਤੇ ਉਹ ਪਾਲਿਸ਼, ਉਹ ਗੇਟ ਤੇ ਬਹਿ ਗਿਆ ਜੀ, ਤੇ ਬੂਟ ਦੇ ਤੇਰੇ ਦੇ, ਚਲੋ ਜੀ ਪਾਲਿਸ਼। ਉਹ ਜਵਾਕ ਤਾਂ ਹੁਣ ਕੀ ਕਹਿਣ, ਆਸਿਓ ਪਾਸਿਓ ਜਿਹੜੇ ਆਏ ਉਹਨਾਂ ਨੇ ਆਖਿਆ, ਸਰ ਇਹ ਕੀ ਕਰ ਰਹੇ ਹੋ, ਰੁਕ ਜਾਓ, ਇਹ ਕੀ ਹੋ ਗਿਆ ਤੁਹਾਨੂੰ? ਉਹਨਾਂ ਨੇ ਕਰਨ ਦਿਓ, ਇੱਕ ਦਿਨ ਕਰਨ ਦਿਓ ਬਸ ਜੀ। ਇੱਕ ਦਿਨ ਕਰੂੰਗਾ ਨਾ, ਮੈਂ ਕਰੂੰਗਾ, ਫਿਰ ਸਾਰੀ ਜ਼ਿੰਦਗੀ ਇਹਨਾਂ ਬੱਚਿਆਂ ਦੇ ਬੂਟ ਤੁਹਾਨੂੰ ਗੰਦੇ ਨਹੀਂ ਮਿਲੂਗੇ ਜੀ। ਸੋ ਟੀਚਰ ਇਹੋ ਜਿਹਾ ਹੁੰਦਾ, ਉਹਦੀ ਪਾਈ ਮਿਸਾਲ ਜਿਹੜੀ ਹੈ ਨਾ ਬਹੁਤ ਦੂਰ ਤੱਕ ਜਾਂਦੀ ਹੈ। ਸੁਖਪਾਲ ਸਿੱਧੂ ਜੀ ਦੀ ਇਹ ਇਕੱਲੀ ਕਹਿ ਲਓ ਕਿ ਇਲਮ ਦੇਣ ਵਾਲੀ ਦਿਆਨਤਦਾਰੀ ਨਹੀਂ ਹੈ, ਬਲਕਿ ਦੂਜੇ ਟੀਚਰਾਂ ਵਾਸਤੇ ਵੀ ਇੱਕ ਮਿਸਾਲ ਆ ਕਿ ਆਫ ਡਿਊਟੀ ਦੇ ਵਿੱਚ ਜੇ ਤੁਸੀਂ ਕਿਸੇ ਗਰੀਬ ਬੱਚੇ ਨੂੰ ਪੜ੍ਹਾ ਸਕਦੇ ਹੋ ਤਾਂ ਮੇਰੇ ਖਿਆਲ ਦੇ ਨਾਲ ਦੁਨੀਆ ਦਾ ਉੱਤਮ ਪੁੰਨ ਹੈ।